चैप्टर स्टार्ट करांगे ਆਪਾਂ ਸੋਲਿਡ ਸਟੇਟ। ਦੇਖੋ ਸੋਲਿਡ ਸਟੇਟ ਵਾਲੇ ਚੈਪਟਰ ਨੂੰ ਆਪਾਂ ਦੋ ਪਾਰਟ ਦੇ ਵਿੱਚ ਫੁੱਲ ਐਕਸਪਲੇਨ ਕਰਾਂਗੇ। ਨੀਟ ਜਿਹੜੀ ਦੇ ਵਿਊ ਨਾਲ ਦੇਖਾਂਗੇ ਚੈਪਟਰ 'ਚ ਇੰਪੋਰਟੈਂਟ ਕੀ ਆ। ਸੋ ਫਸਟ ਪਾਰਟ ਅੱਜ ਅਸੀਂ ਕਵਰ ਕਰਾਂਗੇ। ਸਭ ਤੋਂ ਪਹਿਲਾਂ ਜੀ ਸੋਲਿਡ ਸਟੇਟ, ਚੈਪਟਰ ਦਾ ਨਾਮ ਹੈ ਜੀ ਸੋਲਿਡ ਸਟੇਟ। ਦੇਖੋ ਸੋਲਿਡ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਹੁੰਦਾ ਮੈਟਰ, ਕਹਿੰਦਾ ਐਨੀਥਿੰਗ ਵਿਚ ਹੈਜ਼ ਮਾਸ ਐਂਡ ਆਕੂਪਾਈ ਸਪੇਸ ਇਜ਼ ਕੋਲਡ ਮੈਟਰ। ਕਹਿੰਦਾ ਕੋਈ ਵੀ ਚੀਜ਼ ਜਿਹੜਾ ਭਾਰ ਹੋਵੇ ਤੇ ਜਿਹੜੀ ਜਗ੍ਹਾ ਘੇਰਦੀ ਹੋਵੇ ਉਹ ਹੁੰਦਾ ਮੈਟਰ। ਟਾਈਪਸ ਆਫ ਕਹਿੰਦਾ ਕੋਈ ਵੀ ਚੀਜ਼ ਐਨੀਥਿੰਗ which has mass and occupy space, it is called matter। ਜੇ ਆਪਾਂ ਟਾਈਪਸ ਆਫ ਮੈਟਰ ਦੀ ਗੱਲ ਕਰੀਏ, ਟਾਈਪਸ ਤਿੰਨ ਤਰ੍ਹਾਂ ਦੀ ਹੁੰਦੀ ਆ, ਸੋਲਿਡ, ਲਿਕਵਿਡ, थर्ड वन इज गैस। देखो गैस ਆਪਾਂ +1 ਚ ਚੈਪਟਰ ਪੜਿਆ ਸੀ 5th स्टेट्स ऑफ मैटर। ਆਪਾਂ स्टेट्स ऑफ मैटर ਚ ਗੈਸ ਕਵਰ ਕੀਤਾ ਸੀ। ਦੈਨ ਉਸ ਤੋਂ ਬਾਅਦ ਆਪਾਂ ਚੈਪਟਰ ਪੜਿਆ ਸੋਲੂਸ਼ਨਸ, ਉੱਥੇ ਆਪਾਂ ਲਿਕਵਿਡ ਬਾਰੇ ਗੱਲ ਕੀਤੀ। ਦੈਨ ਅੱਜ ਆਪਾਂ ਸਟਾਰਟ ਕਰਾਂਗੇ ਸੋਲਿਡ ਬਾਰੇ। ਸੋਲਿਡ ਮੀਨਸ which have definite volume and shape। ਕਹਿੰਦਾ ਕਿ ਸੋਲਿਡ ਕੀ ਹੁੰਦਾ, ਜਿਹੜਾ ਡੈਫੀਨੇਟ ਵੋਲੀਅਮ ਤੇ ਸ਼ੇਪ ਆ। ਸਾਡੇ ਆਲੇ ਦੁਆਲੇ ਚੇਅਰ ਆ, ਇਹ ਮਾਰਕਰ ਆ, ਵਾਈਟ ਬੋਰਡ ਆ, ਦੈਟ ਮੀਨਸ ਇਹ ਸੋਲਿਡ ਹੈ। ਸੋਲਿਡ ਕਿਉਂ ਆ? ਡਿਊ ਟੂ ਲਾਰਜਰ ਫੋਰਸ ਆਫ ਅਟਰੈਕਸ਼ਨ, ਡਿਊ ਟੂ ਲਾਰਜਰ ਫੋਰਸ ਆਫ ਅਟਰੈਕਸ਼ਨਸ, ਲਾਰਜਰ ਫੋਰਸ ਆਫ ਅਟਰੈਕਸ਼ਨਸ ਹੋਣ ਕਰਕੇ ਜੋ ਸਾਡੀ ਸੋਲਿਡ ਚੀਜ਼ ਆ ਉਹ ਇਨਕੰਪਰੈਸੀਬਲ ਆ। ਇਨਕੰਪਰੈਸੀਬਲ ਮਤਲਬ ਆਪਾਂ ਨੂੰ ਕੰਪਰੈਸ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਇਹਦੇ ਵਿੱਚ ਕੀ ਆ, ਜਿਹੜੀ ਫੋਰਸ ਆਫ ਅਟਰੈਕਸ਼ਨ ਆ ਬਹੁਤ ਜ਼ਿਆਦਾ। ਦੈਨ ਅਸੀਂ ਦੇਖਾਂਗੇ ਜੀ ਸੋਲਿਡ ਆ ਦੋ ਤਰ੍ਹਾਂ ਦੇ ਹੁੰਦੇ ਆ। ਫਸਟ ਵਨ ਇਜ਼ ਕ੍ਰਿਸਟਲਾਈਨ। देखो क्रिस्टलाइन सॉलिड मीन्स जिहदी डेफिनेट अरेंजमेंट होए, डेफिनेट अरेंजमेंट होए उन्होंने आपां कहंदे आ क्रिस्टलाइन सॉलिड। दैट मीन्स जे मैं एग्जाम्पल की गल करा, फॉर एग्जाम्पल सोडियम क्लोराइड जो साडा नमक हुंदा, दैट मीन्स ਉਹਦੀ डेफिनेट अरेंजमेंट है। क्यों? क्योंकि जो आपां नमक नूं देखिए, जो भी ਉਹਦੇ ਛੋਟੇ ਛੋਟੇ ਜੇ ਉਹ ਐਟਮਸ ਤੋਂ ਬਣਿਆ, ਆਇਨਸ ਤੋਂ ਬਣਿਆ ਜਾਂ ਮੋਲੀਕਿਊਲ ਤੋਂ ਬਣਿਆ, ਉਹ ਇੱਕ ਸਿਸਟਮੈਟਿਕਲ ਵੇ ਨਾਲ ਬਣਿਆ। ਜੋ ਵੀ ਉਸਦੇ ਵਿੱਚ ਜੋ ਵੀ ਉਹਦੇ ਆਇਨਸ ਆ, ਦੇਖੋ ਨਮਕ ਬਣਿਆ ਕਿਹੜਾ ਆਇਨਸ ਦਾ ਬਣਿਆ। ਦੈਟ ਮੀਨਸ ਦਾ ਕਨਸਟੀਟੂਐਂਟ ਪਾਰਟੀਕਲ ਕੀ ਆ? ਕਨਸਟੀਟੂਐਂਟ ਪਾਰਟੀਕਲਸ ਦਾ ਆਇਨਸ ਆ। ਕਨਸਟੀਟੂਐਂਟ ਪਾਰਟੀਕਲਸ ਕੀ ਹੁੰਦਾ? ਕੋਈ ਵੀ ਚੀਜ਼ ਜੋ ਆਇਨਸ ਤੋਂ ਬਣੇ ਜਾਂ ਐਟਮਸ ਤੋਂ ਬਣੇ ਜਾਂ ਮੋਲੀਕਿਊਲ ਤੋਂ ਬਣੇ। ਜੋ ਨਮਕ ਬਣਿਆ ਉਹ ਆਇਨਸ ਤੋਂ ਬਣਿਆ। ਦੈਟ ਮੀਨਸ ਇੱਕ ਉਹਨਾਂ ਦੇ ਵਿੱਚ ਕੀ ਆ, ਡੈਫੀਨੇਟ ਅਰੇਂਜਮੈਂਟ ਹੈ। ਜੇ ਮੈਂ ਸੈਕਿੰਡ ਸੋਲਿਡ ਦੀ ਗੱਲ ਕਰਾਂ, ਸੈਕਿੰਡ ਸੋਲਿਡ ਹੁੰਦਾ ਅਮਾਰਫਸ। ਸੈਕਿੰਡ ਸੋਲਿਡ ਇਜ਼ ਅਮਾਰਫਸ ਸੋਲਿਡ। ਦੇਖੋ ਅਮਾਰਫਸ ਸੋਲਿਡ ਵੀ ਮੀਨਸ which does not have regular arrangement ਜਿਹਦੇ ਵਿੱਚ ਰੈਗੂਲਰ ਅਰੇਂਜਮੈਂਟ ਨਾ ਹੋਏ। ਫੋਰ ਐਗਜ਼ਾਮਪਲ ਮੈਂ ਗਲਾਸ ਦੀ ਗੱਲ ਕਰਾਂ, ਮੈਂ ਪਲਾਸਟਿਕ ਦੀ ਗੱਲ ਕਰਾਂ, ਦੈਟ ਮੀਨਸ ਇਹ ਸਭ ਸਾਡਾ ਕੀ ਆ, ਗਲਾਸ ਪਲਾਸਟਿਕ ਇੱਕ ਸਿਸਟਮੈਟਿਕਲ ਅਰੇਂਜਮੈਂਟ ਨਹੀਂ ਆ। ਸੋ ਇਹ ਸਾਡੀ ਹੋ ਗਈ ਸੋਲਿਡ ਦੀ ਟਾਈਪ।
ਡੈਟ ਮੀਨਸ ਸੋਲਿਡ ਦੋ ਤਰ੍ਹਾਂ ਦਾ ਹੁੰਦਾ, ਕ੍ਰਿਸਟਲਾਈਨ ਤੇ ਅਮਾਰਫਸ। ਅਮਾਰਫਸ ਨੂੰ ਆਪਾਂ ਸੁਪਰ ਕੂਲਡ ਲਿਕਵਿਡ ਵੀ ਕਹਿੰਦੇ ਆ, ਸੁਪਰ ਕੂਲਡ ਲਿਕਵਿਡ ਵੀ ਕਹਿੰਦੇ ਆ। ਡੈਟ ਮੀਨਸ ਅਨੂੰ ਅਸੀਂ ਲਿਕਵਿਡ ਬਣਾਇਆ ਹੁੰਦਾ। ਕਿੱਦਾਂ ਲਿਕਵਿਡ ਬਣਾਇਆ ਹੁੰਦਾ? ਹਾਈ ਟੈਂਪਰੇਚਰ ਦੇ ਕੇ। ਜਦੋਂ ਉਹਨੂੰ ਆਪਾਂ ਹਾਈ ਟੈਂਪਰੇਚਰ ਦਿੰਦੇ ਆ ਤੇ ਇਹਦੇ ਵਿੱਚ ਕੋਈ ਕੈਮੀਕਲ ਪਾਉਂਦੇ ਆ ਤੇ ਉਹ ਸਾਡਾ ਕੀ ਬਣ ਜਾਂਦਾ? ਅਮਾਰਫਸ। ਜਿੱਦਾਂ ਸਾਡੇ ਕਾਰਾਂ ਦੇ ਸ਼ੀਸ਼ੇ ਦੇਖੋ, ਉਹਨਾਂ ਨੂੰ ਕੀ ਉਹ ਇੱਕ ਤਰ੍ਹਾਂ ਦੇ ਸੋਲਿਡ ਆ, ਪਰ ਕਿਹੜੇ ਸੋਲਿਡ ਆ? ਅਮਾਰਫਸ। ਕਿਉਂ? ਕਿਉਂਕਿ ਉਹਨਾਂ ਨੂੰ ਕੀ ਕੀਤਾ, ਇੱਕ ਲਿਕਵਿਡ ਲਿਆ, ਉਹਨਾਂ ਦੇ ਵਿੱਚ ਕੈਮੀਕਲ ਪਾਇਆ ਤੇ ਟੈਂਪਰੇਚਰ ਹਾਇਰ ਕੀਤਾ, ਦੈਨ ਉਹ ਕੀ ਬਣ ਗਏ? ਅਮਾਰਫਸ ਸੋਲਿਡ। ਦੈਟ ਮੀਨਸ ਜੇ ਤੇ ਮੈਂ ਡਿਫਰੈਂਸ ਦੀ ਗੱਲ ਕਰਾਂ ਕ੍ਰਿਸਟਲਾਈਨ ਤੇ ਅਮਾਰਫਸ, ਮੈਨੂੰ ਲੱਗਦਾ ਸਾਰਿਆਂ ਨੂੰ ਕਲੀਅਰ ਹੋਏਗਾ। ਜਿਹਦੇ ਵਿੱਚ ਅਰੇਂਜਮੈਂਟ ਹੈਗਾ, ਜਿਹਦੇ ਵਿੱਚ ਅਰੇਂਜਮੈਂਟ ਨਹੀਂ ਹੈ। ਦੈਨਸ ਜੇ ਮੈਂ ਨੈਕਸਟ ਗੱਲ ਕਰਾਂ, ਨੈਕਸਟ ਦੇਖੋ ਆਪਾਂ ਅਮਾਰਫਸ ਬਾਰੇ ਜ਼ਿਆਦਾ ਸਟੱਡੀ ਨਹੀਂ ਕਰਾਂਗੇ, ਆਪਾਂ ਜ਼ਿਆਦਾ ਕਿਹਦੇ ਬਾਰੇ ਪੜਾਂਗੇ? ਕ੍ਰਿਸਟਲਾਈਨ ਸੋਲਿਡ, ਕ੍ਰਿਸਟਲਾਈਨ ਸੋਲਿਡਸ ਬਾਰੇ। ਕ੍ਰਿਸਟਲਾਈਨ ਸੋਲਿਡਸ ਵੀ ਅੱਗੋਂ ਚਾਰ ਤਰ੍ਹਾਂ ਦੇ ਹੁੰਦੇ ਆ। ਕਿਹੜੇ? ਸਭ ਤੋਂ ਪਹਿਲਾਂ ਜੀ ਆਇਨਿਕ ਸੋਲਿਡ, ਦੂਸਰਾ ਹੁੰਦਾ ਜੀ ਕੋਵੈਲੈਂਟ ਸੋਲਿਡਸ, ਥਰਡ ਹੁੰਦਾ ਮੋਲੀਕਿਊਲ, ਫੋਰਥ ਜੀ ਇੱਕ ਹੁੰਦਾ ਮੋਲੀਕਿਊਲ ਕੋਵੈਲੈਂਟ ਆਇਨ, ਇੱਕ ਹੁੰਦਾ ਮੋਲੀਕਿਊਲਰ ਕੋਵੈਲੈਂਟ ਆਇਨ, ਇੱਕ ਹੁੰਦਾ ਮੈਟੈਲਿਕ। ਜੇ ਮੈਂ ਗੱਲ ਕਰਾਂ ਆਇਨਿਕ, ਡੈਟ ਮੀਨਸ ਜਿਹੜੇ ਦੇ ਕਨਸਟੀਟਿਊਐਂਟ ਪਾਰਟੀਕਲ ਆਇਨਸ ਦੇ ਹੋਣਗੇ। ਕਨਸਟੀਟਿਊਐਂਟ ਪਾਰਟੀਕਲਸ ਕਿਹੜੇ ਹੋਣਗੇ? ਆਇਨਸ। ਡੈਟ ਮੀਨਸ NaCl ਦੀ ਗੱਲ ਕਰ ਸਕਦਾ। ਦੇਖੋ ਜਿਹੜੇ ਆਇਨਿਕ ਸੋਲਿਡ ਹੁੰਦੇ ਆ ਹਾਰਡ ਹੁੰਦੇ ਆ, ਹਾਰਡ ਦੇ ਨਾਲ ਬ੍ਰਿਟਲ, ਹਾਰਡ ਐਂਡ ਬ੍ਰਿਟਲ। ਡੈਟ ਮੀਨਸ ਇਹਨੂੰ ਆਪਾਂ ਆਸਾਨੀ ਦੇ ਨਾਲ ਤੋੜ ਵੀ ਸਕਦੇ ਹਾਂ। ਡੈਟ ਮੀਨਸ ਇਹ ਹੋ ਗਏ ਆਇਨਿਕ। ਕੋਵੈਲੈਂਟ ਸੋਲਿਡ ਦੀ ਗੱਲ ਕਰਾਂ, ਕੋਵੈਲੈਂਟ ਸੋਲਿਡ ਦੇ ਵਿੱਚ ਐਟਮਸ ਤੇ ਕਨਸਟੀਟਿਊਐਂਟ ਪਾਰਟੀਕਲਸ ਐਟਮਸ ਹੁੰਦੇ ਆ। ਮੋਲੀਕਿਊਲ ਦੇ ਵਿੱਚ ਕਨਸਟੀਟਿਊਐਂਟ ਪਾਰਟੀਕਲਸ ਪੋਲਰ ਤੇ ਨੋਨ ਪੋਲਰ। ਜੇ ਮੈਂ ਮੈਟੈਲਿਕ ਦੀ ਗੱਲ ਕਰਾਂ, ਇਹਦੇ ਵਿੱਚ ਕਟਾਈਨਸ ਇੱਕ ਤਰ੍ਹਾਂ ਦਾ ਸਮੁੰਦਰ ਵਾਂਗ ਕੰਮ ਕਰਦਾ। ਡੈਟ ਮੀਨਸ ਆਇਨਿਕ ਸੋਲਿਡ ਦੇ ਵਿੱਚ ਕਨਸਟੀਟਿਊਐਂਟ ਪਾਰਟੀਕਲ ਆਇਨਸ ਦੇ ਬਣੇ ਹੁੰਦੇ ਆ, ਕੋਵੈਲੈਂਟ ਦੇ ਵਿੱਚ ਐਟਮਸ ਦੇ, ਕਿਉਂਕਿ ਇਹ ਸ਼ੇਅਰਿੰਗ ਹੁੰਦੀ ਹੈ ਇਹਨਾਂ ਵਿੱਚ ਐਟਮਸ ਦੀ, ਸ਼ੇਅਰਿੰਗ ਕਰਕੇ ਕਿਹੜੇ ਬਣਦੇ ਆ? ਕੋਵੈਲੈਂਟ। ਪੋਲਰ ਮੀਨਸ ਜਿਹਦੇ ਉੱਪਰ ਕੋਈ ਚਾਰਜ ਨਹੀਂ ਹੈ, ਫੋਰ ਐਗਜ਼ਾਮਪਲ ਵਾਟਰ। ਦੈਟ ਮੀਨਸ ਆ ਕੀ ਹੈ? ਪੋਲਰ। ਨੋਨ ਪੋਲਰ ਮੀਨਸ ਇਹਦਾ ਮਤਲਬ HCl। ਦੇਖੋ ਕਲੋਰੀਨ ਪਾਰਸ਼ਲੀ ਨੈਗੇਟਿਵ, ਪਾਰਸ਼ਲੀ ਪੋਜ਼ਿਟਿਵ, ਦੈਟ ਮੀਨਸ ਨੋਨ ਪੋਲਰ। ਦੈਟ ਮੀਨਸ ਪੋਲਰ ਹੋ ਕੀ ਆ ਸਕਦਾ? Cl2, ਦੈਟ ਮੀਨਸ Cl ਤੇ Cl ਫਿਕਸ ਚਾਰਜ ਹੋਏ, ਦੈਟ ਇਜ਼ ਪੋਲਰ। ਦੈਨ ਉਸ ਤੋਂ ਬਾਅਦ ਮੈਂ ਗੱਲ ਕਰਾਂ ਨੈਕਸਟ ਟੌਪਿਕ, ਦੈਟ ਇਜ਼ ਯੂਨਿਟ ਸੈਲ ਬਾਰੇ। ਸਭ ਤੋਂ ਗੱਲ ਕਰਾਂ ਯੂਨਿਟ ਸੈਲ ਬਾਰੇ। ਦੇਖੋ ਯੂਨਿਟ ਸੈਲ ਕੀ ਹੁੰਦਾ? ਇੱਕ ਸਮਾਲੈਸਟ ਐਟਮ ਹੁੰਦਾ ਜਿਹਨੂੰ ਮਿਲ ਕੇ ਕ੍ਰਿਸਟਲ ਲੈਟਿਸ ਬਣਦਾ। ਦੈਟ ਮੀਨਸ ਜੇ ਅਸੀਂ +2 ਦੇ ਅਕੋਰਡਿੰਗ ਆਪਣੀ ਬੁੱਕ ਦੇ ਅਕੋਰਡਿੰਗ ਚੱਲਾਂਗੇ, ਸਾਡੇ ਕੋਲ ਇੱਕ ਤਰ੍ਹਾਂ ਦਾ ਕਿਊਬ ਹੁੰਦਾ ਕੋਈ, ਦੈਟ ਇਜ਼ ਕਿਊਬ। ਜਦੋਂ ਇਹ ਕਿਊਬ ਕਿੰਨੇ ਸਾਰੇ ਕਿਊਬ ਦੇ ਨਾਲ ਮਿਲਿਆ, ਦੈਟ ਮੀਨਸ ਇਹ ਕਿਊਬ ਬਹੁਤ ਸਾਰੇ ਕਿਊਬ ਦੇ ਨਾਲ ਮਿਲਿਆ। ਦੈਟ ਮੀਨਸ ਇੱਕ ਜਿਹੜਾ ਜਿੱਥੋਂ ਮਿਲ ਕੇ ਬਣਿਆ ਉਹਨੂੰ ਕਵਾਂਗੇ ਯੂਨਿਟ ਸੈਲ। ਦੈਟ ਮੀਨਸ ਇੱਕ ਯੂਨਿਟ ਸੈਲ ਕਿੰਨੇ ਜ਼ਿਆਦਾ ਕਿਊਬ ਨਾਲ ਬਣਿਆ ਤੇ ਇੱਕ ਕਿਹੜਾ 3 ਡਾਈਮੈਂਸ਼ਨਲ
3 डायमेंशनल अरेंजमेंट बनाया, 3 डायमेंशनल अरेंजमेंट बनाया, ਉਹਨੂੰ ਅਸੀਂ ਬੋਲਦੇ ਆ क्रिस्टल लैटिस। दैट मीन्स क्रिस्टल लैटिस मतलब कि एक यूनिट सैल है, अनु एक यूनिट सैल मिल इत्थे बहुत सारे यूनिट सैल पे आ, बहुत सारे यूनिट सैल के अरेंजमेंट 3 डायमेंशनस अरेंजमेंट नूं असीं कहंदे आ क्रिस्टल लैटिस, कहंदे आ जी क्रिस्टल लैटिस। दैट मीन्स जे मैं पैरामीटर्स ऑफ यूनिट सैल की गल करा, पैरामीटर्स ऑफ यूनिट सैल की गल करा, देखो जी पैरामीटर्स ऑफ यूनिट सैल, मान लो मेरे को यूनिट सैल है, यूनिट सैल मान लो जी मेरे वाली लाइन आ रही है, मैंने बना लिया एक्सिस, दिस इज वाई एक्सिस, दिस इज जेड एक्सिस। दैट मीन्स इत्थे मैं डिस्टेंस ला ली एक्सिस ए, इत्थे मैं डिस्टेंस ला ली बी, इत्थे मैं डिस्टेंस ला ली सी। ए के सामने मेरा एंगल होएगा अल्फा, बी के सामने बीटा, सी के सामने गामा। दैट मीन्स ए बी सी, दैट इज मेरी की होंगी है एक्सियल डिस्टेंस, अल्फा बीटा गामा की होंगे एक्सियल एंगल। दैट मीन्स मेरे टोटल 6 पैरामीटर्स होंगे आ, 6 पैरामीटर्स के विच देखो पैरामीटर्स का एक्चुअल मतलब होंगे कोई क्वांटिटी मैजर करके अरेंजमेंट दसना, ज्योमैट्री दसना। दैट मीन्स 3 मेरे को एक्सियल डिस्टेंस होंगी, 3 मेरे को की होंगे आ एक्सियल एंगल। ऐसी साडा पैरामीटर्स ऑफ यूनिट सैल। दैन अगे मैं गल करांगा यूनिट सैल किन्ने तरह के होंगे आ। देखो ये यूनिट सैल जो साडा वो 2 तरह का होंगे, किहड़ा किहड़ा? फर्स्ट होंगे जी प्रीमिटिव, जान बोलते हैं सिंपल यूनिट सैल, सिंपल यूनिट सैल। सेकंड वन इज सेंटर्ड यूनिट सैल, सेंटर्ड यूनिट सैल भी एक 3 तरह का होंगे। फर्स्ट वन इज बॉडी सेंटर्ड यूनिट सैल, बॉडी सेंटर्ड यूनिट सैल। नेक्स्ट फेस सेंटर्ड यूनिट सैल, फेस सेंटर्ड यूनिट सैल। लास्ट वन इज एंड सेंटर्ड यूनिट सैल। दैट मीन्स मैं सिंपल यूनिट सैल की गल करा, मान लो मेरे को सिंपल क्यूबिक है, मेरे को सिंपल की है एक क्यूबिक है। जो मेरे देखो मैं मन की चलता कि कॉन्स्टिट्यूएंट पार्टिकल है, कॉन्स्टिट्यूएंट पार्टिकल एटम है, एटम। दैट मीन्स जो मेरे एटम्स कॉर्नर से पे है, ए कॉर्नर ए कॉर्नर ए कॉर्नर, एक ए कॉर्नर एक ए कॉर्नर, एक ए कॉर्नर एक ए कॉर्नर, एक ए कॉर्नर। जो मेरे एटम्स कॉर्नर से पे आ उन्होंने मैं बोलदा सिंपल या प्रिमिटिव यूनिट सैल। जे मैं नंबर ऑफ एटम्स की गल करा, नंबर ऑफ एटम्स प्रेजेंट इन सिंपल यूनिट सैल या रैंक की गल करा, देखो मेरा एटम दिस इज स्फेरिकल, जे मैं हेमिस्फीयर लवां, जे मैं हेमिस्फीयर लवां तो मेरा चौथा हिस्सा यूनिट सैल दे विच पार्टिसिपेट कर रहा। दैट मीन्स 3 डायमेंशनल अरेंजमेंट है। मेरा 1/4 हिस्सा
ਹੈਮੀਸਫੇਅਰ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ। ਜੇ ਮੈਂ ਪੂਰੇ ਦੀ ਗੱਲ ਕਰਾਂ ਸਫੇਅਰ ਦੀ, ਡੈਟ ਮੀਨਸ ਕਿੰਨਾ ਕਰੇਗਾ 1/8। ਡੈਟ ਮੀਨਸ ਕੋਰਨਲ ਤੇ ਕਿੰਨੇ ਐਟਮ ਪ੍ਰੈਜ਼ੈਂਟ ਆ, ਕੋਰਨਲ ਤੇ ਟੋਟਲ 8 ਐਟਮ ਪ੍ਰੈਜ਼ੈਂਟ ਆ। ਡੈਟ ਮੀਨਸ ਇੱਕ ਐਟਮ ਕਿੰਨਾ ਹਿੱਸਾ ਪਾਰਟਿਸਿਪੇਟ ਕਰਦਾ ਪਿਆ 1/8। ਡੈਟ ਮੀਨਸ ਜਿਹੜਾ ਮੇਰਾ ਸਿੰਪਲ ਯੂਨਿਟ ਸੈੱਲ ਹੁੰਦਾ ਉਹਦੇ ਵਿੱਚ ਕਿੰਨੇ ਐਟਮ ਹੁੰਦੇ ਆ, ਇੱਕ ਐਟਮ ਦੀ। ਗੱਲ ਕਰਾਂ ਬੋਡੀ ਸੈਂਟਰਡ ਯੂਨਿਟ ਸੈੱਲ ਦੀ, ਬੋਡੀ ਸੈਂਟਰਡ ਯੂਨਿਟ ਸੈੱਲ ਦੇ ਵਿੱਚ ਕੀ ਹੁੰਦਾ ਆ, ਸਿੰਪਲ ਕਿਊਬਿਕ ਆ ਜਿਹਦੇ ਵਿੱਚ ਸਾਡੇ ਐਟਮ ਕੋਰਨਲ ਤੇ ਪ੍ਰੈਜ਼ੈਂਟ ਹੈ, ਸਾਡੇ ਐਟਮ ਕੋਰਨਲ ਦੇ ਤੇ ਪ੍ਰੈਜ਼ੈਂਟ ਹੈ। ਕੋਰਨਲ ਦੇ ਨਾਲ ਜੇ ਸਾਡਾ ਬੋਡੀ ਤੇ ਕੋਈ ਐਟਮ ਪ੍ਰੈਜ਼ੈਂਟ ਆ ਉਹਨੂੰ ਅਸੀਂ ਬੋਲਦੇ ਆ ਬੋਡੀ ਸੈਂਟਰਡ ਯੂਨਿਟ ਸੈੱਲ। ਡੈਟ ਮੀਨਸ ਨੰਬਰ ਆਫ ਐਟਮ ਜਾਂ ਰੈਂਕ ਚੈੱਕ ਕਰੀਏ, ਡੈਟ ਮੀਨਸ ਨੰਬਰ ਆਫ ਐਟਮਸ ਜਾਂ ਦਾ ਰੈਂਕ ਚੈੱਕ ਕਰਾਂਗੇ। ਡੈਟ ਮੀਨਸ ਟੋਟਲ ਕਿੰਨੇ ਆ 8 8 1/8 ਡੈਟ ਮੀਨਸ 1। ਬੋਡੀ ਦੇ ਕਿੰਨੇ ਪ੍ਰੈਜ਼ੈਂਟ ਆ 1 1 + 1 ਡੈਟ ਮੀਨਸ 2। ਡੈਟ ਮੀਨਸ ਬੋਡੀ ਸੈਂਟਰਡ ਯੂਨਿਟ ਸੈੱਲ 'ਚ ਕਿੰਨੇ ਐਟਮ ਹੁੰਦੇ ਆ 2। ਸਿਮਿਲਰਲੀ ਮੈਂ ਫੇਸ ਸੈਂਟਰਡ ਯੂਨਿਟ ਸੈੱਲ ਦੀ ਗੱਲ ਕਰਾਂ, ਦਿਸ ਇਜ਼ ਸਿੰਪਲ ਕਿਊਬਿਕ। ਡੈਟ ਮੀਨਸ ਜਿਹੜੇ ਮੇਰੇ ਐਟਮ ਹੈ ਕੋਰਨਲ ਦੇ ਨਾਲ ਜੋ ਵੀ ਮੇਰੇ ਐਟਮ ਹੈ ਉਹ ਕੋਰਨਲ ਦੇ ਨਾਲ ਈਚ ਫੇਸ 1 2 3 4, ਜੇ ਮੈਂ ਅੱਧਰੋਂ ਦੇਖਾਂ ਇੱਥੇ ਵੀ ਪਿਆ, ਜੇ ਅੱਧਰੋਂ ਦੇਖਾਂ ਇੱਥੇ ਵੀ ਪਿਆ। ਡੈਟ ਮੀਨਸ ਕੋਰਨਲ ਤੇ ਕਿੰਨੇ ਪਏ ਆ 8। ਇੱਕ ਐਟਮ ਕਿੰਨਾ ਹਿੱਸਾ ਪਾਰਟਿਸਿਪੇਟ ਕਰਦਾ 1/8। ਡੈਟ ਮੀਨਸ ਕਿ 1 ਈਚ ਫੇਸ ਦੇਖਿਓ ਜਿਹੜਾ ਦਾ ਹਾਫ ਪਾਰਟ ਹੈ ਉਹ ਤੇ ਦੂਜਾ ਯੂਨਿਟ ਸੈੱਲ ਬਣਾ ਦੇਗਾ, ਹਾਫ ਅਤੇ ਪਾਰਟਿਸਿਪੇਟ ਕਰ ਦੇਗਾ 1 2 3 4, ਟੋਟਲ ਕਿੰਨੇ ਆ 4। ਡੈਟ ਮੀਨਸ ਟੋਟਲ ਜੋ ਫੇਸ ਤੇ ਕਿੰਨੇ ਆ 4, ਪਾਰਟਿਸਿਪੇਟ ਕੀ ਕਰਦਾ ਪਿਆ ਹਾਫ। ਡੈਟ ਮੀਨਸ ਕਿੰਨਾ ਆ ਗਿਆ 2। ਬੋਡੀ ਦੇ ਕਿੰਨੇ ਪਏ ਆ, ਬੋਡੀ ਦੇ ਕਿੰਨੇ ਪਏ ਆ 1। ਡੈਟ ਮੀਨਸ 1 2 ਪਏ ਆ ਨਾ, ਦੇਖੋ 2 ਪਏ ਆ, ਪਾਰਟਿਸਿਪੇਟ ਕਿੰਨਾ ਕਰਦਾ ਅੱਧਾ ਦਾ, ਡੈਟ ਮੀਨਸ 1। ਡੈਟ ਮੀਨਸ 1 + 2 + 1 ਮੇਰੇ ਫੇਸ ਸੈਂਟਰ ਕੋ ਟੋਟਲ 4 ਐਟਮਸ ਹੁੰਦੇ ਆ। ਕਿੰਨੇ ਐਟਮ ਹੁੰਦੇ ਆ ਟੋਟਲ 4 ਐਟਮਸ। ਡੈਟ ਮੀਨਸ ਜੇ ਮੈਂ ਗੱਲ ਕਰਾਂ ਐਂਡ ਸੈਂਟਰਡ ਯੂਨਿਟ ਸੈੱਲ ਦੀ, ਐਂਡ ਸੈਂਟਰਡ ਯੂਨਿਟ ਸੈੱਲ ਦੀ ਦੇਖੋ ਐਟਮਸ ਕੋਰਨਲ ਤੇ ਪ੍ਰੈਜ਼ੈਂਟ ਹੈ, ਐਟਮਸ ਕੋਰਨਲ ਤੇ ਪ੍ਰੈਜ਼ੈਂਟ ਹੈ। ਕੋਰਨਲ ਦੇ ਨਾਲ opposite ਫੇਸ, ਜਾਏ ਆ opposite ਫੇਸ ਜਾਏ ਆ opposite ਫੇਸ। ਡੈਟ ਮੀਨਸ ਕੋਰਨਲ ਤੇ ਕਿੰਨੇ ਆ 8 1/8 ਡੈਟ ਮੀਨਸ 1। ਫੇਸ ਤੇ ਕਿੰਨੇ ਆ ਐਂਡ opposite ਕਿੰਨੇ ਆ 2, ਅਦਾ ਵੀ ਅੱਧਾ ਕਰੇਗਾ, ਅਦਾ ਵੀ ਅੱਧਾ। ਡੈਟ ਮੀਨਸ ਫੇਸ ਤੇ ਕਿੰਨਾ ਕਰੇਗਾ 2/1/2 ਡੈਟ ਮੀਨਸ 1। ਟੋਟਲ ਜਿਹੜੇ ਮੇਰੇ ਐਟਮ ਹੁੰਦੇ ਆ 2 ਐਟਮਸ ਹੁੰਦੇ ਆ। ਡੈਟ ਮੀਨਸ ਮੈਂ ਡਾਇਰੈਕਟ ਕੁਐਸਚਨਸ ਦੀ ਗੱਲ ਕਰਾਂ, ਸਿੰਪਲ ਪ੍ਰਿਮਿਟਿਵ ਤੋਂ 1 ਐਟਮ ਹੁੰਦਾ, ਬੋਡੀ ਕੋਲ 2, ਫੇਸ ਕੋਲੋਂ 4, ਐਂਡ ਕੋਲੋਂ 5। ਡੈਟ ਮੀਨਸ ਸਾਰਿਆਂ ਨੂੰ ਹੈ ਕਲੀਅਰ। ਡੈਟ ਮੀਨਸ ਕੀ ਸਿੱਖਿਆ ਯੂਨਿਟ ਸੈੱਲ ਦੀ ਟਾਈਪਸ। ਜੇ ਤੇ ਮੈਂ ਅਕੋਰਡਿੰਗ ਟੂ ਅਰੇਂਜਮੈਂਟ ਗੱਲ ਕਰਾਂ, ਅਕੋਰਡਿੰਗ ਟੂ ਅਰੇਂਜਮੈਂਟ ਜਾਂ ਅਕੋਰਡਿੰਗ ਟੂ ਪੈਰਾਮੀਟਰਸ, ਅਕੋਰਡਿੰਗ ਟੂ ਅਰੇਂਜਮੈਂਟ ਆਫ ਯੂਨਿਟ ਸੈੱਲ ਦੀ ਗੱਲ ਕਰਾਂ, ਅਰੇਂਜਮੈਂਟ ਆਫ ਏ ਯੂਨਿਟ ਸੈੱਲ। ਡੈਟ ਮੀਨਸ ਅਰੇਂਜਮੈਂਟ ਆਫ ਯੂਨਿਟ ਸੈੱਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਜਿਹੜਾ ਯੂਨਿਟ ਸੈੱਲ ਪੜ੍ਹਿਆ ਡੈਟ ਇਜ਼ ਪ੍ਰੀਮਿਟਿਵ ਜਾਂ ਸਿੰਪਲ ਯੂਨਿਟ ਸੈੱਲ, ਸਿੰਪਲ ਯੂਨਿਟ ਸੈੱਲ। ਸੈਕਿੰਡ ਮੈਂ ਪੜ੍ਹਿਆ ਡੈਟ ਮੀਨਸ ਸੈਂਟਰ ਦੇ ਵਿੱਚ ਕਿਹੜਾ ਪੜ੍ਹਿਆ ਸੀ ਬੋਡੀ ਸੈਂਟਰਡ ਯੂਨਿਟ ਸੈੱਲ, body centered unit cell. Third one is face centered unit cell, face centered unit cell. Last ਜਿਹੜਾ ਪੜਿਆ ਸੀ ਤੁਹਾਡੇ ਸਾਹ ਪਹਿਲਾਂ end centered unit cell.
ਅਕੋਰਡਿੰਗ ਟੂ ਅਰੇਂਜਮੈਂਟ ਆਫ ਯੂਨਿਟ ਸੈੱਲ ਇੱਕ ਸਾਡੇ ਕੋਲ ਹੋਰ ਸੈੱਲ ਨੂੰ ਯੂਨਿਟ ਸੈੱਲ ਜਿਹਨੂੰ ਆਪਾਂ ਕਹਿੰਦੇ ਆ ਹੈਗਜ਼ਾਗੋਨਲ ਯੂਨਿਟ ਸੈੱਲ ਮੋਸਟ ਇੰਪੋਰਟੈਂਟ ਯੂਨਿਟ ਸੈੱਲ ਵੀ ਹੈ ਹੁੰਦਾ ਹੈਗਜ਼ਾਗੋਨਲ ਦੈਟ ਮੀਨਸ ਅਦੇ ਵਿੱਚ ਮੈਂ ਕਿੰਨੇ ਐਟਮ ਦੇਖੇ ਸੀ ਇੱਕ ਐਟਮਸ ਬੋਡੀ ਦੇ ਵਿੱਚ ਦੋ ਐਟਮਸ ਫੇਸ ਦੇ ਵਿੱਚ ਚਾਰ ਐਟਮਸ ਐਂਡ ਸੈਂਟਰ ਦੇ ਵਿੱਚ ਵੀ ਸੇਮ ਦੋ ਐਟਮਸ ਜੇ ਗੱਲ ਕਰਾਂ ਮੈਂ ਹੈਗਜ਼ਾਗੋਨਲ ਯੂਨਿਟ ਸੈੱਲ ਦੀ ਹੈਗਜ਼ਾਗੋਨਲ ਜੇ ਮੈਂ ਹੈਗਜ਼ਾ ਤੋਂ ਯਾਦ ਰੱਖਾਂ ਟੋਟਲ ਐਜ਼ ਅ ਟ੍ਰਿਕ ਯਾਦ ਰੱਖਾਂ ਟੋਟਲ 6 ਐਟਮਸ ਹੁੰਦੇ ਆ ਦੈਟ ਮੀਨਸ ਹੈਗਜ਼ਾਗੋਨਲ ਜੇ ਮੈਂ ਬਣਾਉਣ ਦੀ ਕੋਸ਼ਿਸ਼ ਕਰਾਂ ਦਿਸ ਇਜ਼ ਹੈਗਜ਼ਾਗੋਨਲ ਇੱਕ ਹੋਰ ਹੈਗਜ਼ਾਗੋਨਲ ਬਣਾਵਾਂ ਦੈਟ ਮੀਨਸ ਇਹਨੂੰ ਮਿਲਾ ਦਈਏ ਦੈਟ ਮੀਨਸ क्या मिलाया थोड़ा जहा वाइट बोर्ड से सही नहीं बनया दैट मीनस एटम्स की गल करा 1 2 3 4 5 6 7 8 9 10 11 12 दैट मीनस कोऑर्डिनल दे किन्ने प्रेजेंट है 12 जे मैं गल करा बॉडी ते 3 प्रेजेंट होंगे 1 2 3 इत्थे भी 1 कोऑर्डिनल ते किन्ने प्रेजेंट है 12 दैट मीन्स देखो पहला सी पूरा स्फेरिकल हेमिस्फीयर चौथा हिस्सा करता सी कोऑर्डिनल ते 1/8 देखो हुन स्फेरिकल है पर अदे विच एंगल आ गया 120 टोटल रोटेट कितना 360 अदे विच जिहड़ा पार्टिसिपेट करदा देखो अदे विच जिहड़ा पार्टिसिपेट करेगा वो एटम्स पार्टिसिपेट करदा 1/6 1/8 नहीं करता दैट मीनस क्यों हो गया एंगल दे करके दैट मीनस टोटल 12 किन्ने पार्टिसिपेट करेंगे 1/6 कोऑर्डिनल ते किन्ने प्रेजेंट 3 सिमिलरली जे मैं गल करा बॉडी दी सॉरी 2 आ गया बॉडी की गल करा 3 एटम्स 3 आ गया देखो एक अद्धा यूनिट सेल ते रह गया अद्धा पार्टिसिपेट करेगा अद्धा यूनिट सेल अद्धा पार्टिसिपेट करेगा दैट मीन्स फेस ते 1 टोटल 2 + 3 + 1 दैट मीन्स टोटल कितने एटम होंगे 6 एटम्स होंगे अकॉर्डिंग टू जे मैं अरेंजमेंट ऑफ यूनिट सेल देखा दैन नैक्सट गल करा then next ਦੀ ਗੱਲ ਕਰਾਂ next is according to unit cell parameters according to then my unit cell जेकर मैं unit cell according to cell parameters देखा अकॉर्डिंग टू सैल पैरामीटर्स जो मेरा यूनिट सैल है 7 तरह का होंगे किहड़ा यूनिट सैल पैरामीटर्स देखो पैरामीटर्स दे विच एक ते एक्सियल डिस्टेंस आएगी दैट मीनस जिन्होंने क्या सी ABC एक एक्सियल एंगल आएगा एक एक्सियल एंगल जे ते मैं फस्ट की गल करा फस्ट साडा हुंदा जी क्यूबिक यूनिट सैल जिन्हों आप कहते सिंपल या प्रीमिटिव की कहते हैं प्रीमिटिव या सिंपल यूनिट सैल देखो प्रीमिटिव अदे पैरामीटर से की हुंदा A = B = C = 90 डिग्री अल्फा = बीटा = गामा = 90 डिग्री होएगा तो साडे को किहड़ा सैल बनेगा क्यूबिक यूनिट सैल सैकेंड की गल करा टेट्राहेड्रल यूनिट सैल टेट्राहेड्रल यूनिट सैल कदों बनेगा जदों साडे को एक्सियल एंगल ते सेम रहेगा एक्सियल एंगल सेम लैके चलना
A इक्वल टू B नॉट इक्वल टू C इक्वल टू 90 डिग्री। डैट मीनस जो एक्सियल डिस्टेंस है उन्होंने चेंज किया, B नॉट इक्वल टू C साडे को बनेगा टेट्राहेड्रल यूनिट सेल। थर्ड वन इज ऑर्थोरोम्बिक, थर्ड वन इज ऑर्थोरोम्बिक यूनिट सेल, रोम्बिक यूनिट सेल। डैट मीनस ऑर्थोरोम्बिक यूनिट सेल की होंदा, डैट मीनस फिर की करेंगे एक्सियल एंगल सेम लैके चलेंगे। पहला बी नॉट इक्वल, हम ए भी नॉट इक्वल, डैट मीनस इन्हों बोलते हैं आप ऑर्थोरोम्बिक। फोर्थ वन इज मोनो क्लिनिक यूनिट सेल। मोनोक्लिनिक यूनिट सेल की होंदा, पहला आप की करते सी जो अपनी एंगल है उन्होंने की लेंदे सी कॉन्स्टेंट लैके चलते सी, हुण एंगल चेंज करांगे अनु कॉन्स्टेंट लैके चलेंगे। डैट मीनस ए नॉट इक्वल टू बी नॉट इक्वल टू सी इक्वल टू 90 डिग्री, ए इक्वल टू अल्फा इक्वल टू 90 डिग्री और बीटा नॉट इक्वल टू 90 डिग्री। ऐसा होएगा मोनोक्लिनिक यूनिट सेल। दैन फिफ्थ ट्राई क्लिनिक यूनिट सेल। देखो ट्राई क्लिनिक यूनिट सेल दे विच की हुंदा, अनसिमेट्रिकली जी अनसिमेट्रिकल में सब तो ज़्यादा होंगे। डैट मीनस ए नॉट इक्वल टू बी नॉट इक्वल टू सी 90 डिग्री, अल्फा नॉट बीटा नॉट गामा नॉट 90 डिग्री। सिक्स आप नहीं पढ़िया हेक्सागोनल, हेक्सागोनल यूनिट सेल। डैट मीनस अरेंज की पढ़िया ए बी इक्वल टू 90 डिग्री बट सी नॉट इक्वल टू 90 डिग्री। डैट मीनस अल्फा इक्वल टू बीटा 90 डिग्री गामा 120 डिग्री होंगे। डैट मीनस मैं सैवंथ की गल करा, रोम्बिक, रोम्बिक हेड्रल यूनिट सेल, रोम्बिक हेड्रल यूनिट सेल जिहदे विच ए इक्वल टू बी इक्वल टू सी, अल्फा इक्वल टू बीटा इक्वल टू गामा नॉट इक्वल टू 90 डिग्री होए उन्होंने आप बोलते हैं रोम्बिक हेड्रल यूनिट सेल। डैट मीनस मैं अकॉर्डिंग टू सैल पैरामीटर्स किन्ने तरह के सैल देखे 7, अकॉर्डिंग टू यूनिट सेल अरेंजमेंट किन्ने तरह के देखे 5। दैन इस तो बाद मैं रिलेशन देखांगा, रिलेशंस बिटवीन एज लेंथ, एज लेंथ एंड रेडियस। डैट मीनस साडे कोल इहदे यूनिट सैल आ, डैट मीनस केड़ा केड़ा सब तो पहला सिंपल या प्रीमिटिव यूनिट सेल, सिंपल या प्रीमिटिव यूनिट सेल। उस तो बाद केड़ा आ गया बॉडी सेंटर्ड यूनिट सेल, बॉडी सेंटर्ड यूनिट सेल। बॉडी सेंटर्ड यूनिट सेल तो बाद थर्ड वन इज फेस सेंटर्ड यूनिट सेल, फेस सेंटर्ड यूनिट सेल। डैट मीनस जेकर मैं रिलेशंस मोस्ट इंपोर्टेंट है, जे तो मैं सिंपल मैं ड्राइव करके दसांगा, मैं सिंपल तो दसांगा अगर की रिलेशन होंगे क्योंकि आप पूरा चैप्टर ही कवर करना इस करके मैं ड्राइव नहीं करांगा। सब तो पहला सिंपल यूनिट सैल दे विच की रिलेशन होंगे, सिंपल प्रिमिटिव यूनिट सैल दे विच सब तो पहला जी जो सिंपल प्रिमिटिव यूनिट सैल होंगे वो साडा जो साडे को सिंपल क्यूबिक है, जो साडे एटम है, जो साडे एटम है सिंपल कोऑर्डिनल ते प्रेजेंट है, जो साडे एटम है सिंपल कितने प्रेजेंट है कोऑर्डिनल ते प्रेजेंट है, उन्होंने कहते हैं सिंपल प्रिमिटिव। मान लो मैं एज लेंथ ए, एज लेंथ अकॉर्डिंग टू मैथामैटिक्स की किता, अकॉर्डिंग टू मैथामैटिक्स मैं एज लेंथ की ला ली ए। देखो मैं जो रेडियस की गल करा स्फेरिकल ही है एटम, अभी एटम स्फेरिकल है। अदर रेडियस में की लिया आर, अदर भी की ला रहा आर। डैट मीन्स रेडियस की लिया 2r एज लेंथ ए।
ਇਹ ਕਿਹਦੇ ਵਿੱਚ ਰਿਲੇਸ਼ਨ ਹੁੰਦਾ ਸਿੰਪਲ ਪ੍ਰੀਮਿਟਿਵ ਯੂਨਿਟ ਸੈੱਲ ਦੇ ਵਿੱਚ। ਜੇ ਮੈਂ ਬੋਡੀ ਸੈਂਟਰ ਯੂਨਿਟ ਸੈੱਲ ਦੀ ਗੱਲ ਕਰਾਂ r = 3/4 a ਇਹ ਰਿਲੇਸ਼ਨਸ ਕਿਹਦੇ ਹੁੰਦਾ ਬੋਡੀ ਸੈਂਟਰ ਯੂਨਿਟ ਸੈੱਲ ਦੇ। ਜੇ ਮੈਂ ਫੇਸ ਦੀ ਗੱਲ ਕਰਾਂ r = √2/4a ਇਹ ਜਿਹੜਾ ਰਿਲੇਸ਼ਨਸ ਹੁੰਦਾ ਫੇਸ ਸੈਂਟਰਡ ਸਿੰਪਲ ਦੇ ਵਿੱਚ ਪਤਾ ਲੱਗ ਗਿਆ a = 2r। that means a means edge length, r means radius, r means radius। that means ਇਹ ਕੀ ਸੀ ਸਾਡਾ relations between edge length and radius। then relations between edge length and radius ਤੋਂ ਬਾਅਦ ਮੈਂ ਗੱਲ ਕਰਾਂ packing fractions and packing efficiency। देखो packing efficiency means मान लो ਇਹ ਮੇਰੇ ਕੋਲ ਬਾਕਸ ਹੈ ਹੁਣ ਇਹ ਬਾਕਸ ਦੇ ਵਿੱਚ ਮੈਂ ਬੋਲਸ ਮੇਰੇ ਕੋਲ ਬਾਹਰ ਬੋਲਸ ਪਈਆਂ ਇਹਨਾਂ ਨੂੰ ਮੈਂ ਸੈੱਟ ਕਰਨਾ ਹੈ। that means ਇੱਕ ਤੇ ਮੇਰਾ ਤਰੀਕਾ ਹੈ ਬੋਲ ਲਈ ਸਿੱਧਾ ਬਾਕਸ 'ਚ ਪਾਤੀ, ਇੱਕ ਮੈਂ ਬੋਲਸ ਬੜੇ ਸਿਸਟਮੈਟਿਕਲੀ ਸੈੱਟ ਕੀਤੀ। that means ਸਿਸਟਮੈਟਿਕਲ ਸੈੱਟ ਕੀਤੀ। ਜਦੋਂ ਮੈਂ ਸਿਸਟਮੈਟਿਕਲ ਸੈੱਟ ਕੀਤੀ ਤਾਂ ਵੀ ਇਹਨਾਂ ਦੇ ਵਿੱਚ ਗੈਪ ਆਏਗਾ ਜਿਨ੍ਹਾਂ ਨੂੰ ਆਪਾਂ ਬੋਲਦੇ ਆ voids। that means ਜਿੰਨੀ ਸਪੇਸ ਕਵਰ ਹੋਈ। that means ਜੇ ਤੇ ਮੈਂ ਪੈਕਿੰਗ ਫ੍ਰੈਕਸ਼ਨ ਦੀ ਗੱਲ ਕਰਾਂ ਪੈਕਿੰਗ ਫ੍ਰੈਕਸ਼ਨਸ ਹੁੰਦਾ ਕੀ ਆ ਕਹਿੰਦਾ ਵੋਲੀਅਮ ਆਫ ਐਨ ਐਟਮ upon volume of unit cell ਕਹਿੰਦਾ ਇਹ ਐਟਮਸ ਨਾ ਜੋ ਇਹਨਾਂ ਨੇ ਕਿੰਨਾ ਵੋਲੀਅਮ that means ਕਿੰਨੀ ਜਗ੍ਹਾ ਘੇਰੀ ਆ ਉਹਦਾ ਵੋਲੀਅਮ। that means ਆ ਬਾਕਸ ਦਾ ਵੋਲੀਅਮ ਕੀ ਆ ਉਹਨੂੰ ਆਪਾਂ ਕਹਾਂਗੇ ਪੈਕਿੰਗ ਫ੍ਰੈਕਸ਼ਨਸ। that means ਜੇ ਮੈਂ ਗੱਲ ਕਰਾਂ ਪੈਕਿੰਗ ਐਫੀਸ਼ੀਐਂਸੀ ਦੀ ਗੱਲ ਕਰਾਂ ਜੇਕਰ ਮੈਂ ਪੈਕਿੰਗ ਫ੍ਰੈਕਸ਼ਨ ਨੂੰ 100 ਦੇ ਨਾਲ ਮਲਟੀਪਲਾਈ ਕਰਦਾ ਤੇ ਮੇਰੀ ਕੀ ਆਏਗੀ ਪੈਕਿੰਗ ਐਫੀਸ਼ੀਐਂਸੀ। that means ਜੇਕਰ ਮੈਂ ਯੂਨਿਟ ਸੈੱਲ ਦੀ ਟਾਈਪ ਕਿਹੜੀ ਟਾਈਪ ਪ੍ਰੀਮਿਟਿਵ ਯੂਨਿਟ ਸੈੱਲ ਦੂਸਰੀ body centered unit cell third face centered unit cell जो कि सारे पेपर पॉइंट टू एग्जाम इंपॉर्टेंट है। जे तो मैं सिंपल ड्राइव करके देखा देखो ड्राइव करने का टाइम नहीं है क्योंकि आप पूरी चैप्टर ही कवर करना है। परमिटिव यूनिट सैल चलो फिर भी मैं कोशिश करता हाँ। डैट मीनस आ यूनिट सैल जो साढ़े एटम सिंपल कोऑर्डिनेट ते पे आ 1 2 3 4 5 6 7 सॉरी 7 8 अनु आप बोलते हैं परमिटिव यूनिट सैल। मान लो मैं अभी एज लेंथ है मेरे को ए एक दे मैं जे मेरे को एक एटम है दैट मीनस जो मेरे को 1 एटम है मेरे को सिंपल अच्छी नंबर ऑफ एटम दैट मीनस रैंक कितना होंगे एक होंगे। दैट मीनस एक एटम है तो एटम की है स्फेरिकली है एटम्स की है एटम है स्फेरिकली है। जे मैं वॉल्यूम की गल करा मेरे को वॉल्यूम होंगे 4/3 × πr³ होंगे। दैट मीनस वॉल्यूम कितना होंगे एटम का 4/3 × πr³। जे मैं वॉल्यूम ऑफ यूनिट सैल की गल करा यूनिट सैल दैट मीनस एज लेंथ ए क्यूब की होंगे a³ दैट मीनस ये तो मैं साढ़े को रिलेशनस भी है वी नो डैट जो आप हमने पिछले पढ़े रिलेशनस
A इक्वल टू 2R सिंपल जी। डैट मीनस जे तो मैं पैकिंग एफिशिएंसी कड्डा पैकिंग फ्रैक्शंस कड्डा ना पहला की आएगा वॉल्यूम ऑफ एन एटम अपॉन वॉल्यूम ऑफ एन यूनिट सेल। डैट मीनस मेरे को कितने एटम प्रेजेंट है सिंपल दे विच एक। डैट मीनस अदा वॉल्यूम कितना ए क्यूब एक एटम का वॉल्यूम 4/3 इंटू पाई आर क्यूब। डैट मीनस जेकर मैं ए की वैल्यू च पुट करा डैट मीनस 2R क्यूब 4/3 इंटू पाई इंटू आर क्यूब अपॉन 8R क्यूब। डैट मीनस 4 इंटू पाई इंटू आर क्यूब अपॉन 3 इंटू 8 इंटू आर क्यूब। डैट मीनस 4 टू पाई अपॉन 6 पाई की वैल्यू पड़ेगा 3.14/6। डैट मीनस मेरा आंसर आएगा 0.52। जे तो मैं पैकिंग एफिशिएंसी कड्डा तो मैं की करांगा 100 के नाल मल्टीप्लाई करांगा। डैट मीन 52% मेरी की आ जाएगी पैकिंग एफिशिएंसी। डैट मीनस मैं एक वास्ते ड्राइव किया इस तरह तुम ये बॉडी वास्ते ड्राइव करोगे पैकिंग फ्रैक्शंस बॉडी वास्ते आएगी 0.68। पैकिंग एफिशिएंसी आएगी 68%। सिंपल फेस सेंटर वास्ते पैकिंग फ्रैक्शंस आएगी 0.74। पैकिंग एफिशिएंसी आएगी 74%। ऐसा केड़ा कंसैप्ट सी पैकिंग फ्रैक्शंस एंड पैकिंग एफिशिएंसी। दैन इस तो बाद पैकिंग एफिशिएंसी तो बाद जे मैं डेंसिटी ऑफ यूनिट सैल की गल करा डेंसिटी ऑफ यूनिट सैल देखो जी सब तो पहला जो डेंसिटी का फार्मूला डेंसिटी इक्वल टू की होंदा मास अपॉन वॉल्यूम। डैट मीनस जिन्ना मास ज़्यादा होएगा डेंसिटी भी ज़्यादा होगी वॉल्यूम ज़्यादा होएगा डेंसिटी घट होएगी। क्यों वॉल्यूम इनवर्सली प्रोपोर्शनल है मास डायरैक्टली प्रोपोर्शनल। जे तो मैं यूनिट सैल की गल करा मान लो मैं सिंपल यूनिट सैल की गल करांगा सिंपल प्रीमिटिव सॉरी कि गल करांगा सिंपल प्रीमिटिव यूनिट सैल। मैं सिंपल प्रीमिटिव यूनिट सैल की गल करा है मेरे को यूनिट सैल है सिंपल मतलब एटम मेरे कोऑर्डिनेट्स की प्रेजेंट है। डैट मीनस मैं डेंसिटी की गल करा डेंसिटी इक्वल टू मास अपॉन वॉल्यूम। वी नो डैट वॉल्यूम डैट मीनस एज लेंथ ए है तो वॉल्यूम की है ए क्यों। जी मैं मास की गल करा देखो इतने एटम्स है यूनिट सैल का मास तो नहीं एटम्स का मास लवांगे। डैट मीनस जे तो मैं एटम्स की गल करा पॉइंट द लाइन का मास नहीं होंगे जी मैं एटम के अकॉर्डिंग मास लवा। डैट मीनस तुसी याद रखना हमेशा कि जो आप मोलर मास करते हैं ना मोलर मास वो इक्वल टू की करते हैं असी की करते हैं मोलर मास कड्ढण वास्ते आप सब तो पहला एक आप एवोगैड्रो वाला रिलेशनस पढ़िया। डैट मीनस तुसी याद रखना एक तो सब तो पहला डेंसिटी Z इंटू M अपॉन V इंटू N A। डैट मीनस जो भी आप मास कढ़ांगे जिन्हें आप एटॉमिक मास या मोलर मास कहांगे वो कढ़ांगे आप मोलर मास अपॉन NA इज एवोगैड्रो नंबर कई बुक के एन नोट भी दिता होगा एवोगैड्रो नंबर। डैट मीनस जे मैं अदी गल करा सिंपल की गल करा अदा रैंक कितना एक। डैट मीनस डेंसिटी की गल करा डेंसिटी इक्वल टू मास अपॉन वॉल्यूम। पर मैं क्या कि मास कितना करना है मास वास्ते की करना मोलर मास अपॉन एवोगैड्रो नंबर। डैट मीनस कितनी वैल्यू होंगी 6.0
6.022 10 ਦੀ ਪਾਵਰ 23 ਗ੍ਰਾਮ ਪਰ ਮੋਲ। ਦੈਟ ਮੀਨਸ ਜੇ ਮੈਂ ਮਾਸ ਦੀ ਗੱਲ ਕਰਾਂ, ਜੋ ਮੇਰੇ ਕੋਲ ਮਾਸ ਆ ਰਿਹਾ, ਮਾਸ ਕਿੱਦਾਂ ਕਰਦੇ ਆ, ਦੈਟ ਮੀਨਸ ਮੋਲਰ ਮਾਸ, ਇਹ ਪਹਿਲਾ ਰੈਂਕ ਆਏਗਾ, ਜੋ ਵੀ ਰੈਂਕ ਹੋਏਗਾ Z ਇਨਟੂ ਮੋਲਰ ਮਾਸ अपॉन एवोगैड्रो नंबर, अपॉन एवोगैड्रो नंबर इनटू देखो दैट इज वी वॉल्यूम, डेंसिटी नोट कर दिया रो वाला। दैट मीन्स किसी भी यूनिट सैल की डेंसिटी कढ़ने का फार्मूला की है, रो इक्वल टू Z इंटू M अपॉन V इंटू NA। दैट मीन्स Z की है, Z की है रैंक ऑफ एन रैंक, M की है मोलर मास या एटॉमिक मास, V की है वॉल्यूम, जिन्होंने आप लिख सकते हैं V इक्वल टू A क्यूब, A की होंगे एज लेंथ, A की होंगे एज लेंथ। दैट मीन्स NA एवोगैड्रो नंबर, एवोगैड्रो नंबर। एक न्यूमेरिकल तो यूज रखना जो 1 पिकोमीटर है वो इक्वल होंगे 10 की पावर -10 सेंटीमीटर, तो 1 एंगस्ट्रॉम इक्वल टू 10 की पावर -8 सेंटीमीटर। डैट मीनस यह फार्मूले का यूज़ करके आप किसी भी यूनिट सैल की डेंसिटी कर सकते हैं। दैन इस तो बाद नैक्सट पार्ट के आप गल करांगे रेडियस रेशो। जिन्ना भी मैं चैप्टर कराया थोड़ा जिहा ध्यान नाल सीखियो, सब कुछ आएगा। एक अपनी मेहनत अद्दां ही जारी रखनी है, मेहनत करांगे तो कुछ मिलेगा। सो प्लीज़ सॉलिड स्टेट जिन्ना भी मैं कराया पॉइंट टू एग्जाम नीट जेईई मेन इंपोर्टेंट है। 2 पार्ट च आप चैप्टर कवर करांगे। फर्स्ट पार्ट जो तुहाडी आ वीडियो तुसीं देख रहे हो, सैकेंड पार्ट 1-2 दिन दे विच आ जाएगा। थैंक यू।